ਅੱਜ ਸਾਡਾ ਵਿਸ਼ਾ ਹੈ ਵਿਸ਼ਵ ਦਾ ਇਤਿਹਾਸ। ਵਿਸ਼ਵ ਦੇ ਇਤਿਹਾਸ ਦੇ ਨਾਲ ਸੰਬੰਧਿਤ ਅੱਜ ਆਪਾਂ ਪ੍ਰਮੁੱਖ 12 ਘਟਨਾਵਾਂ ਦੇ ਉੱਪਰ ਚਰਚਾ ਕਰਾਂਗੇ। ਇਹ 12 ਪ੍ਰਸ਼ਨ ਤੁਹਾਨੂੰ ਪਹਿਲਾਂ ਯਾਦ ਕਰਵਾਏ ਹੋਏ ਆ, ਤੁਹਾਨੂੰ ਯਾਦ ਵੀ ਹੋਣਗੇ, ਪਰ ਅੱਜ ਆਪਾਂ ਇਹਨਾਂ ਨੂੰ ਥੋੜਾ ਜਿਹਾ ਚੰਗੀ ਤਰ੍ਹਾਂ ਯਾਦ ਕਰਾਂਗੇ ਤਾਂ ਜੋ ਪੇਪਰ ਵਿੱਚ ਤੁਹਾਡੀ ਕੋਈ ਗਲਤੀ ਨਾ ਹੋ ਜਾਵੇ। ਪੇਪਰ ਵਿੱਚ ਕਈ ਵਾਰ ਬੜਾ ਸਧਾਰਨ ਤੇ ਸਿੱਧਾ ਸਾਦਾ ਪ੍ਰਸ਼ਨ ਪੁੱਛਿਆ ਹੁੰਦਾ। ਤੁਹਾਡੇ ਪੁਰਾਣੇ ਪੇਪਰਾਂ ਨੂੰ ਵੀ ਚੱਕ ਕੇ ਦੇਖੀਏ ਤਾਂ ਇਸ ਵੀਡੀਓ ਵਿੱਚੋਂ ਤੁਹਾਨੂੰ ਹਰ ਪੇਪਰ ਦੇ ਵਿੱਚ 1, 2 ਜਾਂ 3 ਪ੍ਰਸ਼ਨ ਹਰ ਵਾਰ ਆਏ ਹੋਏ ਆ ਤੇ ਅੱਗੇ ਵੀ ਆਉਂਦੇ ਹੀ ਰਹਿਣਗੇ। ਵਿਸ਼ਵ ਦੇ ਇਤਿਹਾਸ ਨੂੰ ਪੜ੍ਹਨ ਤੋਂ ਪਹਿਲਾਂ ਇਹਨਾਂ 12 ਬਿੰਦੂਆਂ ਨੂੰ ਚੰਗੀ ਤਰ੍ਹਾਂ ਜਾਣਨਾ ਸਾਡੇ ਲਈ ਜ਼ਰੂਰੀ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਪੁਨਰ ਜਾਗਰਣ। ਪੁਨਰ ਜਾਗਰਣ ਦਾ ਮਤਲਬ ਹੈ ਦੁਬਾਰਾ ਜਨਮ, ਜਿਸ ਨੂੰ ਕਿਹਾ ਜਾਂਦਾ ਹੈ ਰਿਨੇਸਾਂਸ। ਰਿਨੇਸਾਂਸ ਇਹ ਕਿੱਥੋਂ ਸ਼ੁਰੂ ਹੋਇਆ ਪੁਨਰ ਜਾਗਰਣ? ਪੁਨਰ ਜਾਗਰਣ ਇਟਲੀ ਦੇਸ਼ ਦੇ ਨਾਲ ਸੰਬੰਧਿਤ ਹੈ। ਜਗ੍ਹਾ ਪੁੱਛੀ ਜਾਵੇ ਤਾਂ ਫਲੋਰੈਂਸ ਨਗਰ ਤੋਂ ਇਸ ਦੀ ਸ਼ੁਰੂਆਤ ਹੋਈ ਪੁਨਰ ਜਾਗਰਣ ਦੀ। ਪੁਨਰ ਜਾਗਰਣ ਹੈ ਜੋ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਆਉਂਦਾ ਹੈ ਸਦੀਆਂ ਦੇ ਵਿੱਚ, ਕਿਹੜੀ ਸਦੀ ਨਾਲ ਸੰਬੰਧਿਤ ਹੈ? ਵਿਦਿਆਰਥੀਆਂ ਨੇ ਯਾਦ ਕੀਤਾ ਹੁੰਦਾ 14ਵੀਂ ਸਦੀ ਤੋਂ 17ਵੀਂ ਸਦੀ ਹੈ ਜਿਹੜੀ, ਇਹ ਸਦੀ ਹੈ ਸੰਬੰਧਿਤ ਪੁਨਰ ਜਾਗਰਣ ਦੇ ਨਾਲ। ਯੂਰਪ ਦੇ ਵਿੱਚ ਜਿਹੜਾ ਯੂਰਪ ਹੈ ਉੱਥੇ ਮੱਧਕਾਲ ਚੱਲ ਰਿਹਾ, ਪਰ ਕਈ ਵਾਰ ਇਹ ਸਦੀ ਪੂਰੇ 100 ਸਾਲਾਂ ਦੇ ਵਿੱਚ ਲਿਖੀ ਆਉਂਦੀ ਹੈ, 1400 ਤੋਂ 1700। ਕੁਝ ਕੁ ਵਿਦਿਆਰਥੀ ਜਲਦਬਾਜ਼ੀ ਵਿੱਚ ਇਹੀ ਗਲਤੀ ਕਰਦੇ ਆ। ਇਹ ਸਮਾਂ ਜਿਹੜਾ ਗਲਤ ਹੈ, ਇਸ ਨੂੰ ਆਪਾਂ ਜੇਕਰ ਪੂਰੇ 100 ਦੇ ਵਿੱਚ ਲਿਖਾਂਗੇ ਤਾਂ 14ਵੀਂ ਸਦੀ 1300 ਲਿਖਿਆ ਹੋਵੇਗਾ ਤੇ 1600 ਇਹ ਸਮਾਂ ਜਿਹੜਾ ਸਾਡਾ ਹੈ ਪੁਨਰ ਜਾਗਰਣ ਦਾ ਸਮਾਂ। ਇਸ ਤਰ੍ਹਾਂ ਵੀ ਤੁਹਾਨੂੰ ਪ੍ਰਸ਼ਨ ਜਿਹੜਾ ਆ ਸਕਦਾ, ਸਦੀ 14ਵੀਂ ਤੇ 17ਵੀਂ ਤੁਹਾਡੇ ਯਾਦ ਹੈ, ਪਰ ਇੱਥੇ ਪੇਪਰ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਤਾਂ ਫਿਰ 1300 ਤੋਂ ਤੁਸੀਂ ਸ਼ੁਰੂ ਕਰਕੇ ਸਦੀ ਜਿਹੜੀ ਕਰਨੀ ਹੋਵੇਗੀ। ਇਸ ਚੀਜ਼ ਨੂੰ ਧਿਆਨ ਵਿੱਚ ਰੱਖਣਾ। ਇਸ ਤੋਂ ਬਾਅਦ ਪੁਨਰ ਜਾਗਰਣ ਦੇ ਨਾਲ ਸੰਬੰਧਿਤ ਆਪਾਂ ਥੋੜੀ ਜਿਹੀ ਜਾਣਕਾਰੀ ਲੈ ਲਈਏ। 1453 ਈਸਵੀ ਦੇ ਵਿੱਚ ਜਿਹੜੇ ਉਸਮਾਨੀ ਤੁਰਕ ਸੀਗੇ ਉਹਨਾਂ ਨੇ ਕੁਸਤਨਤੁਨੀਆ ਦੇ ਉੱਪਰ ਆਪਣਾ ਜਿਹੜਾ ਅਧਿਕਾਰ ਕਰ ਲਿਆ ਸੀ। ਕੁਸਤਨਤੁਨੀਆ ਦੇਸ਼ ਆ ਜਿਹੜਾ, ਉੱਥੇ ਗਿਆਨ ਵਿਗਿਆਨ ਦਾ ਕੇਂਦਰ ਮੰਨਿਆ ਜਾਂਦਾ ਸੀ, ਤਾਂ ਉੱਥੇ ਇਹਨਾਂ ਤੁਰਕਾਂ ਤੋਂ ਦੁਖੀ ਹੋਏ ਲੋਕ ਵੱਖ-ਵੱਖ ਦੇਸ਼ਾਂ ਦੇ ਵਿੱਚ ਚਲੇ ਗਏ। ਇੱਥੇ ਵਪਾਰ ਦੇ ਰਸਤਾ ਵੀ ਜਿਹੜਾ ਸੀਗਾ ਬੰਦ ਹੋ ਗਿਆ ਸੀ, ਤਾਂ ਫਿਰ ਨਵੇਂ ਰਸਤਿਆਂ ਦੀ ਤਲਾਸ਼ ਹੋਈ। ਵਪਾਰ ਕਰਨ ਦੇ ਲਈ ਸਮੁੰਦਰ ਦੇ ਮਾਰਗ ਲੱਭੇ ਗਏ, ਸਮੁੰਦਰੀ ਜਹਾਜ਼ ਬਣੇ, ਕੰਪਾਸ ਦੀ ਖੋਜ ਹੋਈ। ਠੀਕ ਆ, ਮਤਲਬ ਇੱਥੋਂ ਹੀ ਕਹਾਵਤ ਬਣੀ ਆ ਕਿ ਇੱਕ ਰਸਤਾ ਜੇਕਰ ਬੰਦ ਹੋ ਗਿਆ ਤਾਂ ਹੋਰ ਬਹੁਤ ਸਾਰੇ ਰਸਤੇ ਆ ਜਿਹੜੇ ਰਸਤੇ ਖੁੱਲ੍ਹ ਗਏ ਸੀ। ਜਿਵੇਂ ਇਸ ਬਿਮਾਰੀ ਕਰਕੇ ਹੁਣ ਸ਼ਹਿਰ ਚਾਹੇ ਬੰਦ ਹੋ ਗਏ ਸੀ, ਘਰ ਜਿਹੜੇ ਬੰਦ ਹੋ ਗਏ ਸੀ, ਪਰ ਉੱਥੇ ਬੈਠੇ ਤੁਹਾਡੇ ਅੰਦਰ ਤੁਹਾਡੇ ਦਿਮਾਗ ਦੇ ਕਈ ਰਸਤੇ ਆ ਜਿਹੜੇ ਤੁਸੀਂ ਸ਼ਾਇਦ ਖੋਲ੍ਹ ਲਏ ਹੋਣ। ਅੱਗੇ ਜ਼ਿੰਦਗੀ ਵਿੱਚ ਕੀ ਕਰਨਾ, ਤੁਹਾਨੂੰ ਪਹਿਲੀ ਵਾਰ ਸਮਾਂ ਮਿਲਿਆ ਹੋਵੇਗਾ ਕੁਝ ਸੋਚਣ ਦਾ, ਵਿਚਾਰ ਕਰਨ ਦਾ। ਰਸਤੇ ਬੰਦ ਹੋਣ ਕਾਰਨ ਉਹ ਰਸਤੇ ਤੁਹਾਡੇ ਦਿਮਾਗ ਨੇ ਤੁਹਾਡੇ ਲਈ ਖੋਲ੍ਹਣ ਦੇ ਲਈ ਤੁਹਾਨੂੰ ਕੁਝ ਨਾ ਕੁਝ ਝਟਕਾ ਜ਼ਰੂਰ ਮਾਰਿਆ ਹੋਵੇਗਾ। ਕੁਝ ਕੁ ਹੁੰਦੇ ਆ ਵੀ ਗਿਣਤੀ ਦੇ ਹੀ ਇਨਸਾਨ ਹੁੰਦੇ ਇਸ ਤਰ੍ਹਾਂ ਦੇ, ਜੋ ਫਿਰ ਅੱਗੇ ਸੋਚਦੇ ਆ, ਨਵੇਂ ਰਸਤੇ ਤਲਾਸ਼ ਕਰਦੇ ਆ। ਇਹ ਪੁਨਰ ਜਾਗਰਣ ਦੇ ਨਾਲ ਸੰਬੰਧਿਤ ਸੀ। ਠੀਕ ਹੈ, ਗਿਆਨ ਵਿਗਿਆਨ ਦਾ ਕੇਂਦਰ ਸੀ। ਇਹਦੇ ਨਾਲ ਸੰਬੰਧਿਤ ਜਿਹੜੀ ਚੀਜ਼ ਆਪਾਂ ਯਾਦ ਰੱਖਣੀ ਆ, ਪੁਨਰ ਜਾਗਰਣ ਪੈਦਾ ਹੋਇਆ ਜਗਿਆਸਾ ਦੇ ਵਿੱਚੋਂ। ਜਗਿਆਸਾ ਜਿਹੜੀ ਜਗਿਆਸਾ ਇਸ ਨੂੰ ਪੁਨਰ ਜਾਗਰਣ ਦੀ ਆਤਮਾ ਕਿਹਾ ਜਾਂਦਾ ਹੈ। ਇਨਸਾਨ ਦੇ ਵਿੱਚ ਹੋਰ ਜਾਣਨ ਦੀ ਜਿਹੜੀ ਇੱਛਾ, ਠੀਕ ਹੈ, ਉਸਨੇ ਜਨਮ ਦਿੱਤਾ ਪੁਨਰ ਜਾਗਰਣ ਨੂੰ। ਇਸ ਤੋਂ ਬਾਅਦ ਆ ਜਾਂਦੇ ਆ ਧਰਮ ਸੁਧਾਰ ਅੰਦੋਲਨ। ਜਗ੍ਹਾ ਹੈ ਵਟੇਨਬਰਗ, ਜਰਮਨੀ ਦੇਸ਼ ਤੋਂ ਜਿਹੜੇ ਧਰਮ ਸੁਧਾਰ ਅੰਦੋਲਨਾਂ ਦੀ ਸ਼ੁਰੂਆਤ ਹੁੰਦੀ ਆ। ਜਗ੍ਹਾ ਹੈ ਵਟੇਨਬਰਗ। ਧਰਮ ਸੁਧਾਰ ਅੰਦੋਲਨਾਂ ਨਾਲ ਆਪਾਂ ਜੇਕਰ ਚਰਚਾ ਕਰਨੀ ਹੋਵੇ ਤਾਂ ਆਪਾਂ ਦੇਖਦੇ ਹਾਂ ਜਿਹੜਾ ਰੋਮ ਦੇਸ਼ ਆ ਉੱਥੇ ਸੀਟ ਸੀ ਪੌਪ ਦੀ। ਪੌਪ ਕਾਫੀ ਧਰਮ ਦੇ ਮਾਮਲਿਆਂ ਦੇ ਵਿੱਚ ਸ਼ਕਤੀਸ਼ਾਲੀ ਇਨਸਾਨ ਸੀ। ਇਸ ਦਾ ਹੀ ਫੈਸਲਾ ਜਿਹੜਾ ਆਖਰੀ ਹੁੰਦਾ ਸੀ। ਰਾਜਨੀਤੀ ਵਿੱਚ ਵੀ ਇਹ ਦਖਲਅੰਦਾਜ਼ੀ ਜਿਹੜੀ ਕਰਦੇ ਸੀ। ਧਰਮ ਸੁਧਾਰ ਅੰਦੋਲਨਾਂ ਦਾ ਸੰਬੰਧ ਹੈ ਕੈਥੋਲਿਕ ਧਰਮ ਦੇ ਨਾਲ। ਕੈਥੋਲਿਕ ਧਰਮ ਨੇ ਚਰਚ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਦੇ ਲਈ ਇਹ ਜਿਹੜੇ ਧਰਮ ਸੁਧਾਰ ਅੰਦੋਲਨ ਸ਼ੁਰੂ ਕੀਤੇ ਆ। ਸਾਡੇ ਦੇਸ਼ ਵਿੱਚ ਵੀ ਆਪਾਂ ਦੇਖਦੇ ਹਾਂ ਸਿੱਖ ਧਰਮ ਦੇ ਵਿੱਚ ਜਦੋਂ ਗੁਰਦੁਆਰਿਆਂ ਦੇ ਵਿੱਚ ਗਲਤ ਲੋਕ ਬੈਠੇ ਸੀ ਉਹਨਾਂ ਨੂੰ ਉੱਥੋਂ ਹਟਾਉਣ ਦੇ ਲਈ ਜਿਹੜੇ ਅੰਦੋਲਨ ਚੱਲੇ। ਹਿੰਦੂ ਧਰਮ ਦੇ ਵਿੱਚ ਜਿਹੜੀਆਂ ਕੁਝ ਕੁ ਬੁਰਾਈਆਂ ਨੇ ਲੋਕਾਂ ਨੂੰ ਜਕੜ ਲਿਆ ਸੀ, ਉਹਨਾਂ ਨੂੰ ਦੂਰ ਕਰਨ ਦੇ ਲਈ ਹਿੰਦੂ ਧਰਮ ਦੇ ਵਿੱਚ ਫਿਰ ਧਰਮ ਸੁਧਾਰ ਅੰਦੋਲਨ ਚਲਾਏ ਗਏ। ਮੁਸਲਮਾਨ ਧਰਮ ਦੇ ਵਿੱਚ ਵੀ ਜਿਹੜੇ ਇਹ ਅੰਦੋਲਨ ਚਲਾਏ ਗਏ ਆ ਸਾਡੇ ਦੇਸ਼ ਵਿੱਚ ਵੀ, ਪਰ ਸਾਡੇ ਦੇਸ਼ ਵਿੱਚ ਇਹ ਸਮਾਂ ਬਾਅਦ ਵਿੱਚ ਆਇਆ। ਧਰਮ ਸੁਧਾਰ ਅੰਦੋਲਨਾਂ ਨਾਲ ਸੰਬੰਧਿਤ ਯਾਦ ਰੱਖਣਾ, ਵਟੇਨਬਰਗ ਜਰਮਨੀ ਤੋਂ ਇਹ ਸ਼ੁਰੂ ਹੋਏ ਸੀ। 16ਵੀਂ ਸਦੀ ਤੋਂ ਇਹਨਾਂ ਦੀ ਸ਼ੁਰੂਆਤ ਹੁੰਦੀ ਆ। ਇਸ ਤੋਂ ਬਾਅਦ ਆ ਜਾਂਦੀ ਆ ਉਦਯੋਗਿਕ ਕ੍ਰਾਂਤੀ। ਜਿਹੜੀ ਇਹ ਕ੍ਰਾਂਤੀ ਆ ਇੰਗਲੈਂਡ ਤੋਂ ਸ਼ੁਰੂ ਹੁੰਦੀ ਆ। ਇਹ ਇੰਗਲੈਂਡ ਵਿੱਚ ਆਈ ਸਭ ਤੋਂ ਪਹਿਲਾਂ। ਠੀਕ ਹੈ, ਇੱਥੇ ਵੀ ਪ੍ਰਸ਼ਨ ਬਣਦਾ ਕਿ ਇੰਗਲੈਂਡ ਵਿੱਚ ਹੀ ਕਿਉਂ ਆਈ। ਉਹ ਅਲੱਗ ਲਿਖਤੀ ਵਾਲੇ ਪ੍ਰਸ਼ਨ ਆਪਣੇ ਲੰਮੇ ਚੌੜੇ ਬਣਨਗੇ। ਆਪਾਂ ਇੱਥੇ ਯਾਦ ਰੱਖਣਾ ਕਿ ਉਦਯੋਗਿਕ ਕ੍ਰਾਂਤੀ ਆ ਜਿਹੜੀ ਇੰਗਲੈਂਡ ਤੋਂ ਸ਼ੁਰੂ ਹੋਈ
ਤੇ ਅੱਗੇ ਜਾ ਕੇ 1688 ਦੇ ਵਿੱਚ ਇਸ ਨੂੰ ਨਾਮ ਦਿੱਤਾ ਜਾਂਦਾ ਹੈ ਇੰਗਲੈਂਡ ਦੀ ਸ਼ਾਨਦਾਰ ਕ੍ਰਾਂਤੀ, ਜੋ ਆਪਣਾ ਆਖਰੀ ਪੁਆਇੰਟ ਆਪਾਂ ਉੱਥੇ ਚਰਚਾ ਕਰਾਂਗੇ ਇਸ ਦੀ 1688 ਦੀ। ਪੂੰਜੀਵਾਦ ਦਾ ਜਨਮ ਹੋਇਆ ਇਸ ਕ੍ਰਾਂਤੀ ਦੇ ਨਾਲ। ਬਸਤੀਵਾਦ ਆ ਜਿਹੜਾ ਸ਼ੁਰੂ ਹੋਇਆ, ਕਾਰਖਾਨੇ ਲੱਗਣ ਕਾਰਨ ਜਿਹੜਾ ਮਾਲ ਸੀ ਬਹੁਤ ਜ਼ਿਆਦਾ ਬਣਾਇਆ ਜਾਣ ਲੱਗਿਆ। ਦੇਸ਼ਾਂ ਦੇ ਵਿੱਚ ਫਿਰ ਉਹਨਾਂ ਨੂੰ ਵੇਚਣ ਦੇ ਲਈ ਇਹਨਾਂ ਨੇ ਆਪਣੀਆਂ ਜਿਹੜੀਆਂ ਬਸਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ, ਹੋਰ ਦੇਸ਼ਾਂ ਨੂੰ ਆਪਣੇ ਗੁਲਾਮ ਬਣਾਉਣਾ ਜਿਹੜਾ ਸ਼ੁਰੂ ਕੀਤਾ। ਇੱਥੋਂ ਹੀ ਸ਼ੁਰੂਆਤ ਹੁੰਦੀ ਆ ਬਸਤੀਵਾਦ ਪੂੰਜੀਵਾਦ ਦੀ। 1760 ਈਸਵੀ ਤੋਂ ਲੈ ਕੇ 1840 ਈਸਵੀ ਤੱਕ ਦਾ ਜਿਹੜਾ ਇਹ ਸਮਾਂ ਉਦਯੋਗਿਕ ਕ੍ਰਾਂਤੀ ਦਾ ਜਿਹੜਾ ਸਮਾਂ ਜਿਹੜਾ ਇਸ ਨੂੰ ਮੰਨਿਆ ਜਾਂਦਾ ਹੈ। ਇਸ ਨੂੰ ਆਪਾਂ ਕਿਵੇਂ ਦੇਖਾਂਗੇ? ਜੇਕਰ ਸਦੀਆਂ ਦੇ ਵਿੱਚ ਵੀ ਸਾਨੂੰ ਲਿਖਿਆ ਆ ਗਿਆ ਤਾਂ ਇਹ ਬਣਦਾ ਸਮਾਂ 1760 18ਵੀਂ ਸਦੀ ਦੇ ਪਹਿਲੇ ਅੱਧ ਤੋਂ ਬਾਅਦ ਦਾ ਸਮਾਂ। 18ਵੀਂ ਸਦੀ ਦੇ ਪਹਿਲੇ ਅੱਧ ਤੋਂ ਬਾਅਦ ਦੇ ਸਮੇਂ ਤੋਂ ਲੈ ਕੇ, ਠੀਕ ਆ, ਅੱਗੇ ਹੈ ਸਾਡੀ ਸਦੀ 19ਵੀਂ ਸਦੀ ਦੇ ਪਹਿਲੇ ਅੱਧ ਤੱਕ ਦਾ ਸਮਾਂ। ਪਹਿਲਾ ਅੱਧ 50 ਤੱਕ ਹੁੰਦਾ, ਠੀਕ ਹੈ। ਇਹ ਪਹਿਲੇ ਅੱਧ ਤੋਂ ਬਾਅਦ ਤੋਂ ਸ਼ੁਰੂ ਹੁੰਦੀ ਹੈ ਤੇ 19ਵੀਂ ਸਦੀ ਦੇ ਪਹਿਲੇ ਅੱਧ ਤੋਂ ਪਹਿਲਾਂ ਤੱਕ ਦਾ ਜਿਹੜਾ ਸਮਾਂ ਇਹ ਆ ਜਾਂਦਾ ਉਦਯੋਗਿਕ ਕ੍ਰਾਂਤੀ ਦਾ ਸਮਾਂ। ਇਸ ਤੋਂ ਬਾਅਦ ਹੈ ਇਟਲੀ ਦਾ ਏਕੀਕਰਨ। ਇਟਲੀ ਦਾ ਜਿਹੜਾ ਏਕੀਕਰਨ ਇਸ ਨੂੰ ਬੋਲਿਆ ਜਾਂਦਾ ਇਤਾਲਵੀ ਏਕੀਕਰਨ। ਨਪੋਲੀਅਨ ਬੋਨਾਪਾਰਟ ਆ ਜਿਹੜਾ ਉਸਦਾ ਇਹ ਸਮਾਂ, ਠੀਕ ਹੈ, ਉਦੋਂ ਹੀ ਇਸ ਦਾ ਜਿਹੜਾ ਸ਼ੁਰੂਆਤ ਹੁੰਦੀ ਹੈ। ਇਹ ਕਾਫੀ ਲੰਮਾ ਇਤਿਹਾਸ ਹੈ। ਏਕੀਕਰਨ ਜਿਹੜਾ ਇਹ ਇੱਕ ਦਿਨ ਵਿੱਚ ਨਹੀਂ ਹੋਇਆ, ਠੀਕ ਹੈ। 1870 ਦੇ ਵਿੱਚ ਜਿਹੜਾ ਏਕੀਕਰਨ ਇਹ ਹੋ ਗਿਆ ਸੀ, ਠੀਕ ਹੈ। ਹੌਲੀ ਹੌਲੀ ਜਿਹੜੀ ਇਹ ਲੰਮਾ ਇਤਿਹਾਸ ਹੈ ਇਟਲੀ ਦੇ ਏਕੀਕਰਨ ਦਾ। ਇਸ ਤੋਂ ਬਾਅਦ ਸਾਡਾ ਜੋ ਪ੍ਰਸ਼ਨ ਹੈ 5 ਨੰਬਰ, ਜਰਮਨੀ ਦਾ ਏਕੀਕਰਨ। ਜਰਮਨੀ ਦਾ ਏਕੀਕਰਨ ਹੈ ਜੋ ਇਹ ਪੂਰਾ ਹੋਇਆ 18 ਜਨਵਰੀ 1871 ਈਸਵੀ ਤੱਕ। 18 ਜਨਵਰੀ 1871 ਈਸਵੀ ਤੱਕ ਜਰਮਨੀ ਦਾ ਏਕੀਕਰਨ ਹੋ ਗਿਆ ਸੀ ਤੇ 1871 ਤੋਂ ਲੈ ਕੇ ਇਹ 1918 ਤੱਕ ਅਖਵਾਇਆ ਜਰਮਨ ਐਮਪਾਇਰ, ਠੀਕ ਹੈ। ਜਰਮਨ ਐਮਪਾਇਰ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਣ ਲੱਗਾ। ਇਸ ਤੋਂ ਬਾਅਦ ਫਿਰ 1933 ਤੋਂ ਲੈ ਕੇ ਜਿਹੜੇ ਇਹ ਵਿਸ਼ਵ ਯੁੱਧ ਹੋਏ 1945 ਤੱਕ ਇਹ ਫਿਰ ਹੋ ਗਿਆ ਨਾਜੀ ਜਰਮਨੀ। ਨਾਜੀ ਜਰਮਨੀ ਇਸ ਨੂੰ ਕਿਹਾ ਜਾਣ ਲੱਗਿਆ। ਜਰਮਨੀ ਦਾ ਏਕੀਕਰਨ ਦਾ ਸਮਾਂ ਯਾਦ ਰੱਖਣਾ 18 ਜਨਵਰੀ 1871 ਈਸਵੀ। ਇਸ ਤੋਂ ਬਾਅਦ ਹੈ ਪ੍ਰਸ਼ਨ ਨੰਬਰ ਪੁਆਇੰਟ ਨੰਬਰ ਸਾਡਾ 6, ਪਹਿਲਾ ਵਿਸ਼ਵ ਯੁੱਧ। ਪਹਿਲਾ ਵਿਸ਼ਵ ਯੁੱਧ ਤੇ ਦੂਸਰਾ ਵਿਸ਼ਵ ਯੁੱਧ, ਇਹਨਾਂ ਨਾਲ ਮੁੱਖ ਜਿਹੜੀਆਂ ਗੱਲਾਂ ਉਹਨਾਂ ਨੂੰ ਜਾਣ ਲਵੋ। ਪਹਿਲਾ ਵਿਸ਼ਵ ਯੁੱਧ ਆ ਜਿਹੜਾ 28 ਜੁਲਾਈ 1914 ਨੂੰ ਸ਼ੁਰੂ ਹੋਇਆ ਸੀ ਤੇ 11 ਨਵੰਬਰ 1918 ਦੇ ਵਿੱਚ ਇਹ ਸਮਾਪਤ ਹੋਇਆ। ਸਾਲ, ਮਹੀਨੇ ਤੇ ਦਿਨ ਇਸ ਦੇ ਬਣਾ ਲੈਣਾ, ਤੁਹਾਡੇ ਯਾਦ ਰਹੇਗਾ। ਕਈ ਵਾਰ ਪੁੱਛਿਆ ਜਾਂਦਾ ਇਸ ਤੋਂ ਬਿਨਾਂ ਕਿਹੜਾ ਵਿਸ਼ਵ ਯੁੱਧ ਜ਼ਿਆਦਾ ਲੰਮਾ ਸਮਾਂ ਚੱਲਿਆ, ਇਹ ਵੀ ਪੁੱਛਿਆ ਜਾਂਦਾ। ਜਿਵੇਂ ਆਪਾਂ 1857 ਦੇ ਵਿਦਰੋਹ ਦੇ ਬਹੁਤ ਸਾਰੇ ਕਾਰਨ ਕਰਦੇ ਹਾਂ, ਪਰ ਤਤਕਾਲੀ ਕਾਰਨ ਕੋਈ ਹੋਰ ਆ, ਉਸੇ ਤਰ੍ਹਾਂ ਇਸ ਯੁੱਧ ਦੇ ਵੀ ਪਹਿਲਾ ਵਿਸ਼ਵ ਯੁੱਧ ਹੈ ਜੋ ਕਈ ਕਾਰਨ ਸੀ, ਪਰ ਜੋ ਤਤਕਾਲੀ ਕਾਰਨ ਬਣਿਆ ਉਹ ਸੀ ਆਸਟਰੀਆ। ਆਸਟਰੀਆ ਦਾ ਯੁਵਰਾਜ ਸੀ ਜਿਸ ਦਾ ਨਾਮ ਸੀ ਯੁਵਰਾਜ ਡਿਊਕ ਫਰਡੀਨੈਂਟ, ਉਸ ਦੀ ਹੱਤਿਆ ਕਰ ਦਿੱਤੀ ਗਈ ਸੀ, ਕਤਲ ਹੋ ਗਿਆ ਸੀ। ਉਸ ਤੋਂ ਬਾਅਦ ਜਿਹੜਾ ਇਹ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਾ। ਇਸ ਤੋਂ ਬਾਅਦ ਫਿਰ ਦੇਸ਼ਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਆ ਜਾਂਦਾ ਕਈ ਵਾਰ ਪੇਪਰ ਵਿੱਚ। ਇੱਕ ਪਾਸੇ ਤਾਂ ਸੀ ਸੈਂਟਰ ਪਾਵਰ ਜਿਨ੍ਹਾਂ ਨੂੰ ਕਿਹਾ ਗਿਆ ਕੇਂਦਰੀ ਸ਼ਕਤੀਆਂ, ਤੇ ਦੂਜੇ ਪਾਸੇ ਸੀਗੇ ਮਿੱਤਰ ਦੇਸ਼ ਜਿਨ੍ਹਾਂ ਨੂੰ ਕਿਹਾ ਗਿਆ ਐਲਾਈਜ਼ ਪਾਵਰ। ਐਲਾਈਜ਼ ਪਾਵਰ। ਦੂਸਰਾ ਵਿਸ਼ਵ ਯੁੱਧ ਜਦੋਂ ਹੋਵੇਗਾ ਇਹਨਾਂ ਦਾ ਨਾਮ ਇਹੀ ਰਹੇਗਾ, ਮਿੱਤਰ ਦੇਸ਼ ਤੇ ਅਲਾਈਜ਼ ਪਾਵਰ। ਪਰ ਜਿਹੜਾ ਇਹ ਸੈਂਟਰ ਤੇ ਪੰਜਾਬੀ ਵਿੱਚ ਆਪਾਂ ਕੇਂਦਰੀ ਸ਼ਕਤੀਆਂ ਕਰਦੇ ਹਾਂ, ਦੂਸਰੇ ਵਿਸ਼ਵ ਯੁੱਧ ਵੇਲੇ ਇਹਨਾਂ ਨੂੰ ਕਿਹੜੇ ਨਾਮ ਨਾਲ ਬੁਲਾਇਆ ਗਿਆ? ਐਕਸਸ ਪਾਵਰ, ਮਤਲਬ ਕੇਂਦਰੀ ਦੇ ਬਜਾਏ ਹੋ ਗਈਆਂ ਧੁਰੀ ਸ਼ਕਤੀਆਂ। ਪਹਿਲੇ ਵਿਸ਼ਵ ਯੁੱਧ ਵੇਲੇ ਸੈਂਟਰ ਪਾਵਰ ਤੇ ਕੇਂਦਰੀ ਸ਼ਕਤੀਆਂ ਸੀ, ਦੂਸਰੀ ਵਾਰੀ ਇਹਨਾਂ ਨੂੰ ਜਿਹੜਾ ਨਾਮ ਦਿੱਤਾ ਗਿਆ ਉਹ ਸੀ ਐਕਸਸ ਪਾਵਰ ਧੁਰੀ ਸ਼ਕਤੀਆਂ। ਇਧਰਲੇ ਪਾਸੇ ਸੀ ਜਰਮਨੀ ਤੋਂ ਬਿਨਾਂ ਸੀ ਆਸਟਰੀਆ ਤੋਂ ਬਿਨਾਂ ਹੰਗਰੀ ਤੇ ਤੁਰਕੀ ਤੋਂ ਬਿਨਾਂ ਸੀ ਬੁਲਗਾਰੀਆ, ਠੀਕ ਹੈ। ਦੂਸਰੇ ਪਾਸੇ ਸੀ ਬ੍ਰਿਟੇਨ ਤੋਂ ਬਾਅਦ ਸੀ ਫਰਾਂਸ ਤੋਂ ਬਾਅਦ ਸੀ ਅਮਰੀਕਾ ਤੋਂ ਬਾਅਦ ਰੂਸ ਤੋਂ ਬਾਅਦ ਸੀ ਇਟਲੀ ਤੋਂ ਬਾਅਦ ਸੀ ਸਰਬੀਆ ਤੋਂ ਬਾਅਦ ਜਾਪਾਨ ਤੋਂ ਬਾਅਦ ਬੈਲਜੀਅਮ। ਇਹ ਜਿਹੜਾ ਪਹਿਲਾ ਵਿਸ਼ਵ ਯੁੱਧ ਹੈ, ਕੁਝ ਦੇਸ਼ ਅਜਿਹੇ ਸੀ ਜਿਹੜੇ ਮਿੱਤਰ ਦੇਸ਼ਾਂ ਦੇ ਨਾਲ ਸੀ, ਪਰ ਜਦੋਂ ਦੂਜਾ ਵਿਸ਼ਵ ਯੁੱਧ ਹੋਇਆ ਇਧਰੋਂ ਨਿਕਲ ਕੇ ਉਹ ਚਲੇ ਗਏ ਜਰਮਨੀ ਨਾਲ, ਜਿਨ੍ਹਾਂ ਦੇ ਵਿੱਚ ਆਪਾਂ ਕਰਾਂਗੇ
ਸਭ ਤੋਂ ਪਹਿਲਾਂ ਤਾਂ ਸੀ ਸਾਡਾ ਇਟਲੀ ਤੇ ਜਾਪਾਨ। ਇਹ ਦੋ ਦੇਸ਼ ਪਹਿਲੇ ਵਿਸ਼ਵ ਯੁੱਧ ਵੇਲੇ ਦੇਖੋ ਇਧਰਲੇ ਪਾਸੇ ਆ, ਮਿੱਤਰ ਦੇਸ਼ਾਂ ਵਾਲੇ ਪਾਸੇ, ਅਮਰੀਕਾ ਵਾਲੇ ਪਾਸੇ, ਬ੍ਰਿਟੇਨ ਵਾਲੇ ਪਾਸੇ, ਪਰ ਇਟਲੀ ਤੇ ਜਾਪਾਨ ਜਦੋਂ ਦੂਜਾ ਵਿਸ਼ਵ ਯੁੱਧ ਹੋਵੇਗਾ ਇਧਰਲੇ ਪਾਸੇ ਆ ਗਏ ਸੀ। ਫਿਰ ਆਪਾਂ ਕਰਾਂਗੇ ਜਾਪਾਨ ਉੱਪਰ ਜਿਹੜਾ ਬੰਬ ਸੁੱਟਿਆ ਗਿਆ ਸੀ। ਇਹ ਯੁੱਧ ਜਦੋਂ ਸਮਾਪਤ ਹੋਇਆ ਤਾਂ ਸਿੱਟੇ ਵਜੋਂ ਇੱਕ ਸੰਘ ਬਣਿਆ, ਜਿਸ ਦਾ ਮਕਸਦ ਸੀ ਕਿ ਆਉਣ ਵਾਲੇ ਸਮੇਂ ਵਿੱਚ ਯੁੱਧ ਆ ਜਿਹੜੇ ਉਹਨਾਂ ਨੂੰ ਰੋਕਿਆ ਜਾ ਸਕੇ। ਹੋਂਦ ਵਿੱਚ ਆਇਆ ਰਾਸ਼ਟਰ ਸੰਘ। ਇੱਕ ਤਾਂ ਹੁਣ ਆਪਾਂ ਕਰਦੇ ਹਾਂ ਸੰਯੁਕਤ ਰਾਸ਼ਟਰ ਸੰਘ। ਇੱਥੇ ਵੀ ਵਿਦਿਆਰਥੀ ਭੁਲੇਖਾ ਖਾਂਦੇ ਆ, ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਕਿ ਹੋਰ ਕੋਈ ਯੁੱਧ ਨਾ ਹੋਣ, ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ। ਇਹ ਕੀਤੀ ਗਈ 10 ਜਨਵਰੀ 1920 ਦੇ ਵਿੱਚ ਰਾਸ਼ਟਰ ਸੰਘ ਆ ਜਿਹੜਾ ਹੋਂਦ ਵਿੱਚ ਆਇਆ। ਇੱਥੇ ਵੀ ਜਿਹੜਾ ਅਮਰੀਕਾ ਸੀ ਉਹਨਾਂ ਦਾ ਰਾਸ਼ਟਰਪਤੀ ਸੀ ਅਮਰੀਕਾ ਦਾ, ਜਿਸ ਦਾ ਨਾਮ ਸੀ ਵੁਡਰੋ ਵਿਲਸਨ ਦੇ ਯੋਗਦਾਨ ਕਰਕੇ, ਵੁਡਰੋ ਵਿਲਸਨ ਦੇ ਯੋਗਦਾਨ ਕਰਕੇ ਜਿਹੜਾ ਇਹ ਰਾਸ਼ਟਰ ਸੰਘ ਆ ਇਹ ਬਣਿਆ ਸੀ। ਇਹਦਾ ਜਿਹੜਾ ਦਫ਼ਤਰ ਸੀ ਜਨੇਵਾ ਦੇ ਵਿੱਚ ਸੀ, ਸਵਿਟਜ਼ਰਲੈਂਡ ਦੇ ਵਿੱਚ, ਜਨੇਵਾ ਸਵਿਟਜ਼ਰਲੈਂਡ ਦੇ ਵਿੱਚ। ਪਰ ਇਹ ਖਤਮ ਹੋ ਗਿਆ ਸੀ, ਇਹ ਯੁੱਧ ਨੂੰ ਰੋਕ ਨਹੀਂ ਪਾਇਆ। 20 ਅਪ੍ਰੈਲ 1946 ਈਸਵੀ ਵਿੱਚ ਇਸ ਦਾ ਜਿਹੜਾ 46 ਦੇ ਵਿੱਚ ਜਿਹੜਾ ਇਹ ਖਤਮ ਹੋ ਜਾਂਦੀ ਹੈ ਸੰਸਥਾ, ਜਿਹੜਾ ਰਾਸ਼ਟਰ ਸੰਘ ਬਣਿਆ ਸੀ, ਕਿਉਂਕਿ ਯੁੱਧਾਂ ਨੂੰ ਇਹ ਰੋਕ ਨਹੀਂ ਪਾਇਆ ਸੀ। ਇਸ ਤੋਂ ਬਾਅਦ ਫਿਰ ਆਪਾਂ ਦੂਸਰਾ ਵਿਸ਼ਵ ਯੁੱਧ ਕਰਾਂਗੇ। ਇਸ ਤੋਂ ਬਾਅਦ ਆਵੇਗਾ ਸੰਯੁਕਤ ਰਾਸ਼ਟਰ ਸੰਘ। ਉੱਥੇ ਵੀ ਅਮਰੀਕਾ ਦਾ ਰਾਸ਼ਟਰਪਤੀ ਹੋਵੇਗਾ ਜਿਹਦੇ ਯੋਗਦਾਨ ਕਰਕੇ ਆਇਆ, ਪਰ ਰਾਸ਼ਟਰਪਤੀ ਉਦੋਂ ਕੋਈ ਹੋਰ ਹੈ। ਤੇ ਇਸ ਤੋਂ ਬਿਨਾਂ ਜਿਹੜਾ ਇੰਗਲੈਂਡ ਆ ਉਹਦਾ ਪ੍ਰਧਾਨ ਮੰਤਰੀ ਚਰਚਿਲ ਆਵੇਗਾ। ਇੱਥੋਂ ਤੱਕ ਤੁਹਾਡੇ ਯਾਦ ਹੈ, ਠੀਕ ਹੈ। ਦੂਸਰਾ ਵਿਸ਼ਵ ਯੁੱਧ ਦੇਖੋ। ਦੂਸਰਾ ਵਿਸ਼ਵ ਯੁੱਧ ਹੋਇਆ 1 ਸਤੰਬਰ 1936 ਤੋਂ ਸ਼ੁਰੂ ਹੋਇਆ ਤੇ 2 ਸਤੰਬਰ 1945 ਤੱਕ ਚੱਲਿਆ। ਇਹ ਲੰਮਾ ਸਮਾਂ ਚੱਲਿਆ, ਪਹਿਲੇ ਵਿਸ਼ਵ ਯੁੱਧ ਨਾਲੋਂ ਜ਼ਿਆਦਾ ਸਮਾਂ ਚੱਲਿਆ। ਇੱਥੇ ਵੀ ਇੱਕ ਤਤਕਾਲੀ ਕਾਰਨ ਬਣਿਆ। ਜਰਮਨੀ ਨੇ ਪੋਲੈਂਡ ਦੇ ਉੱਪਰ ਹਮਲਾ ਕਰ ਦਿੱਤਾ ਸੀ, ਜਿੱਥੋਂ ਇਹ ਯੁੱਧ ਹੈ ਜਿਹੜਾ ਸ਼ੁਰੂ ਹੋਇਆ। ਇੱਥੇ ਵੀ ਫਿਰ ਜਿਹੜਾ ਦੇਸ਼ ਹੈ ਦੋ ਭਾਗਾਂ ਵਿੱਚ ਵੰਡਿਆ ਗਿਆ। ਜਿਹੜੀਆਂ ਪਹਿਲਾਂ ਆਪਾਂ ਕੀਤੀਆਂ ਸੀ ਸੈਂਟਰ ਕੇਂਦਰੀ ਸ਼ਕਤੀਆਂ, ਉਹਨਾਂ ਨੂੰ ਹੁਣ ਇਸ ਵਾਰ ਐਕਸੈਸ ਪਾਵਰ ਦੇ ਨਾਮ ਨਾਲ ਜਾਣਿਆ ਗਿਆ, ਧੁਰੀ ਸ਼ਕਤੀਆਂ ਦੇ ਨਾਮ ਨਾਲ ਜਾਣਿਆ ਗਿਆ। ਬਾਕੀ ਇਹ ਅਲਾਈਸ ਸੀ ਜਿਹੜੇ ਮਿੱਤਰ ਦੇਸ਼, ਇਹਨਾਂ ਨੂੰ ਉਸੇ ਨਾਮ ਨਾਲ ਹੀ ਜਾਣਿਆ ਗਿਆ। ਇਧਰਲੇ ਪਾਸੇ ਹੁਣ ਫਿਰ ਪਹਿਲੇ ਵਿਸ਼ਵ ਯੁੱਧ ਵੇਲੇ ਤਾਂ ਜਿਹੜਾ ਜਾਪਾਨ ਸੀ ਉਹ ਬ੍ਰਿਟੇਨ ਵਾਲੇ ਪਾਸੇ ਸੀ, ਅਮਰੀਕਾ ਵਾਲੇ ਪਾਸੇ ਹੁਣ ਇੱਧਰ ਆ ਗਿਆ ਸੀ। ਇਟਲੀ ਵੀ ਪਹਿਲਾਂ ਬ੍ਰਿਟੇਨ ਅਮਰੀਕਾ ਵਾਲੇ ਪਾਸੇ ਸੀ, ਹੁਣ ਦੂਜੀ ਵਾਰ ਇਹ ਦੋਨੇ ਦੇਸ਼ ਆ ਜਿਹੜੇ ਇੱਧਰ ਆ ਗਏ ਸੀ। ਇਸ ਤੋਂ ਬਿਨਾਂ ਇਸ ਦੇ ਵਿੱਚ ਸੀ ਜਰਮਨੀ, ਠੀਕ ਹੈ, ਜਰਮਨੀ। ਇਧਰਲੇ ਪਾਸੇ ਜਿਹੜੇ ਮਿੱਤਰ ਦੇਸ਼ ਆ, ਇੱਧਰ ਬ੍ਰਿਟੇਨ ਸੀਗਾ, ਫਰਾਂਸ ਸੀਗਾ, ਅਮਰੀਕਾ ਸੀਗਾ, ਰੂਸ ਤੇ ਚੀਨ ਸੀ। ਇਹ ਦੇਸ਼ ਹੈ। ਮੁੜ ਕੇ ਜਿਹੜੇ ਮਿੱਤਰ ਦੇਸ਼ ਆ ਨਾ, ਇਹਨਾਂ ਦੇ ਵਿੱਚ ਪਵਾੜਾ ਪੈਂਦਾ ਹੀ ਰਿਹਾ। ਪਹਿਲਾਂ ਇਕੱਠੇ ਲੜੇ ਆ, ਫਿਰ ਦੇਖਣਾ ਰੂਸ ਤੇ ਅਮਰੀਕਾ ਦੇ ਵਿੱਚ ਗਹਿਮਾ ਗਹਿਮੀ ਹੋ ਜਾਵੇਗੀ, ਠੀਕ ਹੈ। ਜਿਹੜੇ ਇਹ ਮਿੱਤਰ ਦੇਸ਼ ਆ ਇਹ ਆਪਦੇ ਲਾਲਚਾਂ ਕਰਕੇ ਹੀ ਇੱਕ ਦੂਜੇ ਨਾਲ ਜੁੜੇ ਹੋਏ ਸੀ। ਇਹ ਜਿਹੜਾ ਜਾਪਾਨ ਸੀਗਾ ਤੇ ਇਟਲੀ ਸੀਗਾ ਇਹ ਆ ਗਏ ਸੀ ਜਰਮਨੀ ਦੇ ਨਾਲ, ਤੇ ਆਪਾਂ ਅੱਗੇ ਵਿਸ਼ਵ ਯੁੱਧ ਵਿੱਚ ਕਰਾਂਗੇ ਕਿ ਕੀ ਹੋਇਆ ਸੀਗਾ, ਠੀਕ ਹੈ। ਪਰ ਜਦੋਂ ਇਹ ਵਿਸ਼ਵ ਯੁੱਧ ਜਿਹੜਾ ਦੂਜਾ ਵਿਸ਼ਵ ਯੁੱਧ ਸਮਾਪਤ ਹੋਇਆ ਤਾਂ ਇਸ ਤੋਂ ਬਾਅਦ ਹੋਂਦ ਵਿੱਚ ਆਇਆ ਸੰਯੁਕਤ ਰਾਸ਼ਟਰ ਸੰਘ। ਸੰਯੁਕਤ ਰਾਸ਼ਟਰ ਸੰਘ ਹੋਂਦ ਵਿੱਚ ਆਇਆ। ਪਹਿਲੇ ਬਾਅਦ ਆਇਆ ਸੀ ਇਕੱਲਾ ਰਾਸ਼ਟਰ ਸੰਘ। ਹੁਣ ਦੇਖੋ ਸੰਯੁਕਤ ਰਾਸ਼ਟਰ ਸੰਘ ਆਇਆ ਸੀ 24 ਅਕਤੂਬਰ 1945 ਦੇ ਵਿੱਚ, ਠੀਕ ਹੈ। ਇਹਦਾ ਜਿਹੜਾ ਯੋਗਦਾਨ ਦਿੱਤਾ ਇੱਥੇ ਅਮਰੀਕਾ ਦਾ ਰਾਸ਼ਟਰਪਤੀ ਸੀ ਰੂਜ਼ਵੇਲਟ ਤੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ ਚਰਚਿਲ। ਇਹਨਾਂ ਦੋਨਾਂ ਦੇ ਯੋਗਦਾਨ ਕਰਕੇ ਇਹ ਬਣਿਆ ਸੰਯੁਕਤ ਰਾਸ਼ਟਰ ਸੰਘ। ਇਹਦਾ ਜਿਹੜਾ ਦਫ਼ਤਰ ਹੈ ਇਹ ਹੈ ਨਿਊਯਾਰਕ ਦੇ ਵਿੱਚ। ਪਹਿਲੇ ਤਾਂ ਆਪਾਂ ਕੀਤਾ ਸੀ ਜਨੇਵਾ ਦੇ ਵਿੱਚ, ਇਹਦਾ ਹੈ ਨਿਊਯਾਰਕ ਦੇ ਵਿੱਚ। 24 ਅਕਤੂਬਰ 1945 ਵਿੱਚ ਇਹ ਹੋਂਦ ਵਿੱਚ ਆਇਆ। ਇਸ ਤੋਂ ਬਾਅਦ ਰੂਸ ਦੀ ਕ੍ਰਾਂਤੀ ਆਪਾਂ ਕਰਦੇ ਹਾਂ। ਇਹ 1917 ਵਿੱਚ ਆਈ ਸੀ ਜ਼ਾਰ ਨਿਕੋਲਸ ਦੂਜੇ ਦੇ ਸਮੇਂ, ਠੀਕ ਹੈ। ਨਿਕੋਲਸ ਦੂਜੇ ਦੇ ਸਮੇਂ ਆਈ ਰੂਸ ਦੀ ਕ੍ਰਾਂਤੀ। ਤੇ ਫਰਾਂਸ ਦੀ ਕ੍ਰਾਂਤੀ ਆਈ 1799 ਈਸਵੀ ਦੇ ਵਿੱਚ, ਇਹ ਆਈ ਲੂਈ 16ਵੇਂ ਦੇ ਸਮੇਂ। ਚੀਨ ਦੀਆਂ ਦੋ ਕ੍ਰਾਂਤੀਆਂ ਆਪਾਂ ਕਰਦੇ ਹਾਂ। ਪਹਿਲੀ ਕ੍ਰਾਂਤੀ ਸੀ ਜਿਹੜੀ 1911 ਦੇ ਵਿੱਚ ਆਈ ਸੁਨ ਯਾਤ ਸੇਨ ਦੇ ਸਮੇਂ, ਤੇ ਜਿਹੜੀ ਚੀਨ ਦੀ ਕ੍ਰਾਂਤੀ 1949 ਦੇ ਵਿੱਚ ਆਈ, ਇਹ ਆਈ ਮਾਓ ਦੇ ਸਮੇਂ, ਮਾਓ ਸੇ ਤੁੰਗ ਦੇ ਸਮੇਂ। ਤੇ ਇੰਗਲੈਂਡ ਦੀ ਸ਼ਾਨਦਾਰ ਕ੍ਰਾਂਤੀ ਹੈ ਜਿਹੜੀ ਇਹ ਆਈ ਜੇਮਸ ਦੂਜੇ ਦੇ ਸਮੇਂ 1688 ਈਸਵੀ ਦੇ ਵਿੱਚ। ਇਹਨਾਂ ਨੂੰ ਯਾਦ ਰੱਖਣਾ। ਇਸ ਤੋਂ ਬਾਅਦ ਫਿਰ ਆਪਾਂ ਜਿਹੜਾ ਸਾਡਾ ਵਿਸ਼ਵ ਇਤਿਹਾਸ ਆ ਉਸ ਨਾਲ ਸੰਬੰਧਿਤ ਇਕੱਠੇ ਹੀ ਪ੍ਰਸ਼ਨ ਕਰਾਂਗੇ। ਟੈਸਟ ਦੇ ਰੂਪ ਵਿੱਚ ਵੀ ਕਰ ਸਕਦੇ ਆ, ਇੱਕ ਇੱਕ ਕਰਕੇ ਵੀ ਕਰ ਲਵਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।